ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸਚੈ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਸਵਾਰ ਦਿਨਹਾਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਅਤੇ ਆਪੋ ਆਪਣੇ ਘਰਾਂ ਦੇ ਵਿੱਚ ਪਾਵਨ ਗੁਰਬਾਣੀ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਜੁੜ ਮਿਲ ਬੈਠੇ ਸਤਸੰਗੀ ਜਨੋ, ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦੀਆਂ ਮੌਲਿਕ ਘੜੀਆਂ ਪ੍ਰਾਪਤ ਹੋਈਆਂ ਨੇ। ਰਲ ਮਿਲ ਕੇ ਆਪਾਂ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝਾ ਪਾਈਆਂ ਨੇ। ਉਪਰੰਤ ਜੋ ਆਪਾਂ ਹਰ ਰੋਜ਼ ਪਾਵਨ ਵਿਚਾਰ ਪਾਵਨ ਗੁਰਬਾਣੀ ਦੀ ਸਮਝ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ, ਤੇ ਵਿਚਾਰ ਅਧੀਨ ਜੋ ਆਨੰਦ ਸਾਹਿਬ ਦੀ ਅੱਜ ਦੀ 7ਵੀਂ ਪੌੜੀ ਜੋ ਆਪ ਜੀ ਨੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਵੀ ਤੇ ਪਾਠ ਰੂਪ ਦੇ ਵਿੱਚ ਸ਼ਰਵਣ ਕੀਤਾ ਹੈ, ਇਸ ਪਾਵਨ ਵਿਚਾਰ ਨੂੰ ਆਪਾਂ ਨੇ ਵਿਚਾਰਨ ਦਾ ਯਤਨ ਕਰਨਾ ਹੈ, ਸਮਝਣ ਦਾ ਯਤਨ ਕਰਨਾ ਹੈ। ਹੋਰ ਅਗਲੇਰੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਹੋਰ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਆਪਾਂ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ। ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਾ ਲਈਏ ਜੀ ਸਾਂਝ। ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਨੇ ਸਿੱਖਿਆ ਹੈ। ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਮਾਉਣ ਦਾ ਯਤਨ ਕਰਦੇ ਹਾਂ, ਕਮਾ ਕੇ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਸੋਹਣੀ ਬਣਦੀ ਹੈ, ਸਵਰਦੀ ਹੈ। ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਸਾਡੇ ਜੀਵਨ ਨੂੰ ਸੋਹਣਾ ਬਣਾ ਦਿੰਦੀ ਹੈ। ਆਨੰਦ ਦੀ ਵਿਆਖਿਆ ਆਪਾਂ ਸਮਝ ਰਹੇ ਹਾਂ। ਅੱਜ ਦੀ 7ਵੀਂ ਪੌੜੀ ਵੀ ਸਤਿਗੁਰੂ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ। ਆਨੰਦ ਗੁਰੂ ਤੇ ਜਾਣਿਆ। ਦੁਨੀਆ ਦੇ ਲੋਕ ਬੜੀਆਂ ਥਾਵਾਂ ਤੋਂ ਆਨੰਦ ਲੱਭਦੇ ਨੇ, ਬਹੁਤ ਥਾਵਾਂ ਤੋਂ ਬੰਦਾ ਆਨੰਦ ਲੱਭਦਾ। ਕੋਈ ਖਾ ਕੇ ਕਹਿੰਦਾ ਆਨੰਦ ਆ ਗਿਆ, ਕੋਈ ਵੇਖ ਕੇ ਕਿਸੇ ਨੂੰ ਕਹਿੰਦਾ ਆਨੰਦ ਆ ਗਿਆ। ਹਰੇਕ ਆਪਣੋ ਆਪਣੇ ਤਰੀਕੇ ਦੇ ਨਾਲ ਆਨੰਦ ਦੀ ਵਿਆਖਿਆ ਕਰਦਾ ਹੈ, ਪਰ ਅਸਲ ਮਾਇਨੇ ਦੇ ਵਿੱਚ ਸਤਿਗੁਰੂ ਜੀ ਆਨੰਦ ਜਿਹੜਾ ਕਹਿੰਦੇ ਨੇ, ਉਹ ਕਹਿੰਦੇ ਗੁਰੂ ਤੋਂ ਜਾਣਿਆ ਜਾਂਦਾ ਹੈ। ਗੁਰੂ ਤੋਂ ਆਨੰਦ ਹੈ ਜਿਹੜਾ ਉਹ ਸਮਝ ਆਉਂਦਾ ਹੈ। ਤੇ ਇੱਕ ਗੱਲ ਨੂੰ ਸਮਝਿਓ, ਹਰੇਕ ਸ਼ਬਦ ਹੈ ਜਿਹੜਾ ਦੁਨੀਆ ਦੇ ਵਿੱਚ ਕੋਈ ਮਰਜ਼ੀ ਲਫ਼ਜ਼ ਵਰਤ ਲਓ, ਉਸ ਦਾ ਹਰੇਕ ਦਾ ਜਿਹੜਾ ਵਿਰੋਧੀ ਸ਼ਬਦ ਵੀ ਹੈ, ਹਰੇਕ ਸ਼ਬਦ ਦਾ ਕੋਈ ਨਾ ਕੋਈ ਵਿਰੋਧੀ ਹੈ, ਉਲਟਾ ਲਫ਼ਜ਼ ਜ਼ਰੂਰ ਮਿਲ ਜਾਏ। ਜਿੱਦਾਂ ਦੁੱਖ ਦਾ ਸੁੱਖ ਹੈ, ਖੁਸ਼ੀ ਦਾ ਗਮੀ ਹੈ, ਦਿਨ ਦਾ ਰਾਤ ਹੈ, ਇੱਦਾਂ ਹਰੇਕ ਦਾ ਵਿਰੋਧੀ ਸ਼ਬਦ ਮਿਲਦਾ ਹੈ। ਪਰ ਜਿਹੜਾ ਆਨੰਦ ਲਫ਼ਜ਼ ਹੈ ਨਾ, ਆਨੰਦ ਲਫ਼ਜ਼ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ। ਆਨੰਦ ਸੁੱਖ ਤੋਂ ਵੀ ਉੱਪਰ ਦੀ ਅਵਸਥਾ ਹੈ ਤੇ ਇਹ ਮਿਲਣਾ ਤਾਂ ਹੈ ਜੇ ਗੁਰੂ ਦੇ ਦਰ 'ਤੇ ਆ ਕੇ ਪਾਵਨ ਵਿਚਾਰ ਨੂੰ, ਗੁਰੂ ਦੀ ਸਿੱਖਿਆ ਨੂੰ ਪੜ੍ਹਾਂਗੇ ਤੇ ਵਿਚਾਰਾਂਗੇ। ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਅਮਲੀ ਜਾਮੇ ਦੇ ਵਿੱਚ ਲਿਆਉਣ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਹਿੰਦੇ ਗੁਣ ਕੈ ਗੁਣੀ ਸਮਾਵਣਿਆ। ਤੇ ਸਤਿਗੁਰੂ ਜੀ ਜਦੋਂ ਸਾਨੂੰ ਆਵਾਜ਼ਾਂ ਮਾਰਦੇ ਨੇ, ਬੁਲਾਉਂਦੇ ਨੇ ਕਿ ਭਾਈ ਗੁਰੂ ਦੇ ਦਰ 'ਤੇ ਆ, ਮਕਸਦ ਉਹਨਾਂ ਦਾ ਇਹ ਹੈ ਕਿ ਜਿਹੜਾ ਵੀ ਆਵੇ ਉਹ ਦਰ 'ਤੇ ਆ ਕੇ ਤਰ ਜਾਵੇ, ਉਹਦਾ ਜੀਵਨ ਸੋਹਣਾ ਹੋ ਜਾਵੇ। ਸਤਿਗੁਰੂ ਜੀ ਆਵਾਜ਼ਾਂ ਮਾਰਦੇ ਨੇ ਕਿ ਭਾਈ ਆ, ਰਲ ਮਿਲ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰੀਏ, ਉਹਦੀ ਸਿਫਤ ਸਲਾਹ ਕਰੀਏ, ਜੀਵਨ ਜਿਉਣ ਦਾ ਢੰਗ ਤਰੀਕਾ ਲੈ ਜਾ। ਪਾਵਨ ਵਿਚਾਰ, ਪਾਵਨ ਗੁਰਬਾਣੀਆਂ ਆਪਾਂ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਕਹਿੰਦੇ ਨੇ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਕਹਿੰਦੇ ਹੇ ਗੁਰੂ ਦੇ ਪਿਆਰੇ ਸਿੱਖ, ਹੇ ਗੁਰੂ ਦੇ ਪਿਆਰੇ ਸਿੱਖ। ਹਰੇਕ ਨੂੰ ਦੇਖੋ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਵਾਜ਼ ਮਾਰਦੇ ਨੇ, ਕਹਿੰਦੇ ਹੇ ਗੁਰੂ ਦੇ ਪਿਆਰੇ ਸਿੱਖੋ ਆਓ, ਤੇ ਆ ਕੇ ਕਰੀਏ ਕਿ ਆ ਕੇ ਮਿਲੋ, ਮੈਨੂੰ ਮਿਲੋ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਸਿੱਖੋ, ਹੇ ਸਤਿਗੁਰ ਦੇ ਪਿਆਰਿਓ, ਹੇ ਅਕਾਲ ਪੁਰਖ ਪਰਮਾਤਮਾ ਦੇ ਪਿਆਰਿਓ, ਤੁਸੀਂ ਵੀ ਮੇਰੇ ਗੁਰੂ ਦੇ ਪਿਆਰੇ ਹੋ। ਤੁਸੀਂ ਵੀ ਉਸ ਗੁਰੂ ਨੂੰ ਚੰਗੇ ਲੱਗਦੇ ਹੋ ਜਿਹੜੇ ਗੁਰੂ ਨੂੰ ਮੈਂ ਮੰਨਦਾ ਹਾਂ। ਸ਼ਬਦ ਗੁਰੂ ਨੂੰ ਚੰਗੇ ਲੱਗਦੇ ਹੋ, ਉਸ ਅਕਾਲ ਪੁਰਖ ਪਰਮਾਤਮਾ ਨੂੰ ਚੰਗੇ ਲੱਗਦੇ ਹੋ। ਆਓ ਮੈਨੂੰ ਮਿਲੋ, ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ।
सतगुरु तो प्यारे सिखो आओ, ते आके करो कि गावो सच्ची बाणी। ते गुरु रामदास पातशाह जी कहते आए मिल गुरसिख आए मिल, तू मेरे गुरु के प्यारे। कहते आके मिलो, हर के गुण हर भावदे से गुरु ते पाए। परमात्मा दे गुण परमात्मा नूं पसंद आउंदे हन। मैं वो गुण गाउने गुरु सिखां पासों सिखे ने। गुरु रामदास पातशाह जी कहते कि ये गुण सीखने चाहिए ने हरि जना तो, जिहड़े उस परमात्मा दे नाल जुड़े हुए ने, जिहड़े सिख ने उन्हां तो ये गुण गाउने सीखने चाहिए ने उस परमात्मा दे। हुण जदों आपां इस गल नूं वेखांगे, धन गुरु ग्रंथ साहब पातशाह जी दी पावन विचार है। सतगुरु जी आवाज़ां मारदे ने आओ भाई मिलो, गुरबाणी पढ़ो। जिन्हां ने नाम जपिया उन्हां दा संग करना है, उन्हां दा सतसंगियां दा संग करना है, असीं भी उन्हां हरि जना दा। ते एक गल समझ लिओ, जदों आपां इस विचार ते पहुँचांगे कि सानू संग किन्हां दा करना चाहिदा है, किहड़ा वो सेवक है जिहदा संग कर लेना चाहिदा है, किहदे कोल बैठ के रब नूं आराधीए असीं। ते धन गुरु ग्रंथ साहब पातशाह जी दी पावन विचार है, हर के जन सतगुर सतपुरखा। सब तो वड्डा हरि परमात्मा दा जन सतगुरु है। ते सतगुरु की है? धन गुरु ग्रंथ साहब साडे सतगुरु ने। बाणी गुरु, गुरु है बाणी। 35 महापुरख जिहड़े बाणी सरूप साडे कोल बैठे हुए ने, साडे लई हरि दे जन यही ने। इन्हां दा संग करना, इन्हां तो वड्डे कोई जान हो ही नहीं सकदे। उस परमात्मा जी दे जान ने, ये उस अकाल पुरख परमात्मा दे सेवक ने, ते असीं संग इन्हां दा करना जिहड़े 35 महापुरख साडे कोल बाणी दे रूप विच बैठे हुए ने। जिंदगी दे विच जिहड़ा उपदेश गुरु ग्रंथ साहब की बाणी दे रही है, जिहड़ी सिक्ख्या सतगुरु जी दिंदे ने, उहनूं अपने चित्त विच अपने जीवन विच धारण करके जीवन सोहना बना, जिंदगी सुखमई बना। क्योंकि जदों बंदा फसल बीजदा है ना, खेती करता है, बीज दिता, तो उसकी बड़ी तरीक़िਆਂ ਦੇ ਨਾਲ रखिया करनी पैंदी है। बड़े तरीके अपनाउंदा है, बड़ी उसकी संभाल करता है, फिर किते जाके वो वेचण योग बनती है, फिर किते जाके उस तो धन प्राप्त होता है। ध्यान रखना पैंदा है, पानी का ध्यान रखना पैंदा है, वध घट का भी ध्यान रखना पैंदा है। तो जे किते कोई बीमारी लग जाए, कोई कीड़ा पै जाए, तो उसका भी बंदोबस्त करना पैंदा है, बचाव करना पैंदा है। फिर किते जाके वो फसल वड्ढण योग हुंदी है, तो उदों धन प्राप्त किया जा सकता है। तो जिहड़ी वो फसल बीजी है, जिहड़ा वो बीजिया है, उसका ध्यान रखना पैंदा है। आसे पासे नुकसानदायक जिहड़ियां चीज़ां ने, उन्हां तो ध्यान रखना पैंदा है, तां जो वो वड्डी हो सके, वध सके, तो उसदा मुल पै सके। तो इस तरह जदों आपां जिंदगी नूं समझदे हां, विचारदे हां, तां ये जीवन जिहड़ा अकाल पुरख परमात्मा ने दिता है, सतगुरु की बख्शिश हुई है, इनू भी बड़े तरीक़िਆਂ ਦੇ ਨਾਲ ਸਾਂਭ के रखना पैंदा है। बड़े तरीक़िਆਂ ਦੇ ਨਾਲ ये रुख लग्या होया है, बड़े तरीक़िਆਂ ਦੇ ਨਾਲ ਸਾਂਭ के रखना पैंदा है, संभालना पैंदा है। सुक ना जावे, कोई बीमारी ना पै जावे। इदां ही है ना दरख्त नूं रखना, जदों कोई भी रुख है साਂਭ के रखना। इवें इस जीवन दे विच, इस जीवन नूं संभालण दे लई सतगुरु दा ओट आसरा जरूरी है। सुक ना किते जावे, किते कोई जिहड़ी मारू चीज़ है, खतरनाक चीज़ है, प्रभाव ना पा लवे, कोई जहर वाले कीड़े ना पै जाण, कोई इवें दा रोग ना लगे कि आ मेरा जीवन तबाह हो जावे।
ਇਹਨੂੰ ਬਚਾ ਕੇ ਰੱਖਣਾ ਪੈਂਦਾ ਹੈ। ਬਚਾ ਕੇ ਰੱਖਣ ਦੇ ਲਈ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਉਪਦੇਸ਼, ਪਾਵਨ ਗੁਰਬਾਣੀ ਨੂੰ ਸਮਝਣਾ ਪੈਂਦਾ ਹੈ, ਉਸ ਨੂੰ ਜੀਵਨ ਵਿੱਚ ਧਾਰਨ ਕਰਨਾ ਪੈਂਦਾ ਹੈ। ਫਿਰ ਜਿਹੜਾ ਆ ਜੀਵਨ ਹੈ ਸੋਹਣਾ ਬਣਦਾ ਹੈ। ਰੁੱਖ ਲਗਾ ਦਿੱਤਾ, ਜੇ ਉਹ ਸੁੱਕ ਗਿਆ, ਧਰਤੀ ਨਾਲੋਂ ਨਾਤਾ ਉਹਦਾ ਟੁੱਟ ਗਿਆ, ਜਾਂ ਪਾਣੀ ਨਹੀਂ ਮਿਲਿਆ ਤਾਂ ਉਹਨੇ ਸੁੱਕਣਾ ਹੈ। ਜਦੋਂ ਸੁੱਕ ਗਿਆ ਕੋਈ ਵੀ ਆ ਕੇ ਉਹਨੂੰ ਵੱਢ ਕੇ ਲਿਜਾ ਸਕਦਾ ਹੈ। ਕੋਈ ਵੀ ਹਨੇਰੀ ਚੱਲ ਪਈ ਤਾਂ ਟੁੱਟ ਜਾਣਾ, ਤੂਫਾਨ ਆ ਗਿਆ ਟੁੱਟ ਜਾਣਾ, ਹੜ੍ਹ ਆ ਗਏ ਤਾਂ ਰੁੜ ਜਾਣਾ, ਅਤੇ ਜੇ ਕਿਸੇ ਦੀ ਨਿਗਾਹ ਪੈ ਗਈ ਕਿਸੇ ਨੇ ਵੱਢ ਕੇ ਲੈ ਜਾਣਾ। ਅਤੇ ਜੀਵਨ ਵੱਲ ਝਾਤ ਮਾਰਿਓ, ਜੇ ਸਾਡਾ ਜੀਵਨ ਵੀ, ਸਾਡੀ ਜ਼ਿੰਦਗੀ ਵੀ ਉਸ ਰੁੱਖ ਵਾਂਗ ਸੁੱਕ ਗਈ, ਸਾਡਾ ਵੀ ਜਿਹੜਾ ਸੰਬੰਧ ਹੈ ਪਾਣੀ ਨਾਲੋਂ, ਧਰਤੀ ਨਾਲੋਂ ਜੇ ਟੁੱਟ ਗਿਆ ਤਾਂ ਸਾਡੀ ਜ਼ਿੰਦਗੀ ਵੀ ਸੁੱਕੀ ਹੋ ਜਾਣੀ ਹੈ, ਹਰਿਆਵਲ ਖਤਮ ਹੋ ਜਾਣੀ ਹੈ। ਜੀਵਨ ਜਿਹੜਾ ਹੈ ਸੁੱਕਾ ਹੋ ਜਾਣਾ ਹੈ, ਖੁਸ਼ਕ ਹੋ ਜਾਣਾ ਹੈ। ਅਤੇ ਕੋਈ ਵੀ ਜਦੋਂ ਹਨੇਰੀ ਚੱਲੇ, ਹਵਾ ਚੱਲੇ, ਟੁੱਟ ਸਕਦੇ ਹਾਂ। ਕੋਈ ਹੜ੍ਹ ਆ ਕੇ ਸਾਨੂੰ ਰੋੜ ਕੇ ਲਿਜਾ ਸਕਦਾ, ਕੋਈ ਵੱਢ ਕੇ ਵੀ ਲਿਜਾ ਸਕਦਾ। ਜੇ ਜੀਵਨ ਦੇ ਵਿੱਚ ਹਰਿਆਲੀ ਨਹੀਂ, ਅਤੇ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਸੋਦਰ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਨਾ, ਤਰਸ ਭਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸਤਿਗੁਰੂ ਜੀ ਕਹਿੰਦੇ ਜੇ ਨਾਮ ਦਾ ਓਟ ਆਸਰਾ ਰਹੇਗਾ, ਜੇ ਆਸਰਾ ਨਾਮ ਦਾ ਲੈ ਕੇ ਰੱਖੇਗਾ ਤਾਂ ਤੇਰਾ ਤਨ ਵੀ ਅਤੇ ਮਨ ਵੀ ਹਰਿਆ ਰਹੇਗਾ। ਹਰਿਆ ਮਤਲਬ ਖੁਸ਼ੀ ਦਾ ਪ੍ਰਤੀਕ ਹੈ, ਹਰਾ ਹੋਣਾ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾ, ਸੂਕੇ ਕਾਸ਼ਟ ਹਰਿਆ, ਸੁੱਕਾ ਕਾਸ਼ਟ ਸੀ ਤੇਰਾ ਜੀਵਨ, ਜੇ ਸੁੱਕਾ ਹੋਇਆ ਏ, ਤੇਰਾ ਇਹ ਜੀਵਨ ਰੂਪੀ ਦਰਖਤ ਹੈ ਸੁੱਕ ਗਿਆ ਏ, ਅਕਾਲ ਪੁਰਖ ਪ੍ਰਮਾਤਮਾ ਤੈਨੂੰ ਦੁਬਾਰੇ ਹਰਾ ਕਰ ਦੇਵੇਗਾ। ਗੁਰੂ ਦੀ ਸਿੱਖਿਆ ਦੁਬਾਰੇ ਹਰਾ ਕਰ ਦਿੰਦੀ ਹੈ। ਸੂਕੇ ਕਾਸ਼ਟ ਹਰਿਆ, ਹਰਿਆਲੀ ਲੈ ਕੇ ਆ, ਆਨੰਦ ਲੈ ਕੇ ਆ, ਖੁਸ਼ੀ ਲੈ ਕੇ ਆ ਜੀਵਨ ਦੇ ਵਿੱਚ। ਤਨ ਮਨ ਥੀਵੈ ਹਰਿਆ, ਪ੍ਰਮਾਤਮਾ ਦੇ ਨਾਮ ਦੇ ਨਾਲ ਤੇਰਾ ਜੀਵਨ ਸੋਹਣਾ ਬਣੇਗਾ, ਹਰਾ ਹੋ ਜਾਵੇਗਾ ਦੁਬਾਰੇ। ਹੁਣ ਕੋਈ ਵੀ ਹਰੀ ਚੀਜ਼ ਵੇਖ ਲਿਓ, ਦਰਖਤ ਲੱਗਿਆ ਜਿੰਨਾ ਟਾਈਮ ਉਹ ਹਰਾ ਹੈ, ਨਾ ਤਾਂ ਉਹਨੂੰ ਹਵਾ ਕੋਈ ਤੋੜ ਸਕਦੀ ਹੈ। ਹੁਣ ਸੁੱਕਾ ਛੇਤੀ ਟੁੱਟ ਜਾਂਦਾ, ਉਹ ਬੜਾ ਮਜ਼ਬੂਤ ਹੁੰਦਾ, ਜੇ ਗਿੱਲਾ ਹੋਵੇ ਨਹੀਂ ਟੁੱਟਦਾ ਛੇਤੀ, ਅਤੇ ਕੋਈ ਵੜਦਾ ਵੀ ਨਹੀਂ। ਅਸਲ ਦੇ ਵਿੱਚ ਭਾਵ ਇਹ ਹੈ ਕਿ ਜੇ ਸੁੱਕ ਗਿਆ ਬੜੀ ਆਕੜ ਆ ਜਾਣੀ ਹੈ, ਕਦੇ ਵੀ ਟੁੱਟ ਸਕਦਾ ਹੈ। ਪਰ ਜੇ ਹਰਾ ਰਵੇਗਾ, ਫਲੈਕਸੀਬਿਲਿਟੀ ਤੇਰੇ ਵਿੱਚ ਰਹੇਗੀ, ਲਚਕੀਲਾਪਣ ਤੇਰੇ ਵਿੱਚ ਰਹੇਗਾ, ਕੋਈ ਤੈਨੂੰ ਤੋੜ ਨਹੀਂ ਸਕੇਗਾ, ਕੋਈ ਤੈਨੂੰ ਉਖਾੜ ਨਹੀਂ ਸਕੇਗਾ। ਜਿਹੜਾ ਸੁੱਕਾ ਹੈ ਇੱਕ ਥਾਂ 'ਤੇ ਖੜਾ ਹੈ, ਹਵਾ ਚੱਲ ਪਈ ਟੁੱਟ ਜਾਵੇਗਾ, ਪਰ ਜਿਹੜਾ ਹਰਾ ਹੈ ਉਹ ਇੱਧਰ ਉੱਧਰ ਡਿੱਗਦਾ ਹੈ। ਭਾਵ ਇਹ ਹੈ ਕਿ ਲਚਕੀਲਾਪਣ ਹੈ, ਆਕੜ ਨਹੀਂ ਹੈ, ਆਕੜ ਨਹੀਂ ਹੈ। ਪਰ ਜੇ ਸੁੱਕਾ ਹੋ ਗਿਆ, ਗੁਰੂ ਨਾਲੋਂ ਸੰਬੰਧ ਤੋੜ ਲਿਆ, ਪਾਣੀ ਨਾਲੋਂ ਜੇ ਸੰਬੰਧ ਤੋੜ ਲਿਆ, ਗੁਰੂ ਦੀ ਸਿੱਖਿਆ ਨਾਲੋਂ ਜੇ ਟੁੱਟ ਗਿਆ, ਆਕੜ ਆ ਜਾਣੀ, ਹੰਕਾਰ ਆ ਜਾਣਾ, ਕੋਈ ਵੀ ਤੈਨੂੰ ਵੱਢ ਕੇ ਲਿਜਾ ਸਕਦਾ। ਹਰਿਆਲੀ ਰੱਖ ਜੀਵਨ ਵਿੱਚ, ਹਰਿਆ ਹੋ। ਅਤੇ ਹਰਾ ਜਿਹੜਾ ਹੈ ਤੇਰੇ ਜੀਵਨ ਦੀ ਸੁੱਕੀ ਲੱਕੜ, ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਆਰਾਧ ਕੇ ਉਹਦੇ ਭਾਣੇ ਵਿੱਚ ਆ ਕੇ ਲਚਕੀਲਾਪਣ ਆਵੇਗਾ। ਹਰਿਆ ਹੋ, ਖੁਸ਼ੀ ਲੈ ਕੇ ਆ। ਸੁੱਕਾ ਹੋਇਆ ਹੈ, ਜਿਹੜਾ ਸੁੱਕਾਪਣ ਹੈ ਚਿੱਤ ਵਿੱਚੋਂ ਕੱਢ ਦੇ, ਈਰਖਾ ਭਾਵ ਹੈ ਕੱਢ ਦੇ, ਖੁਸ਼ੀ ਲੈ ਕੇ ਆ, ਆਨੰਦ ਲੈ ਕੇ ਆ। ਅਤੇ ਇਹ ਸਿਰਫ ਅਤੇ ਸਿਰਫ ਗੁਰੂ ਕੋਲ ਆ ਕੇ ਸਮਝ ਪੈ ਸਕਦੀ ਹੈ। ਉਹ ਹਰਿਆ ਜੀਵਨ ਗੁਰੂ ਦੇ ਦਰ 'ਤੇ ਆ ਕੇ ਬਣੇਗਾ, ਜਿਹਨੂੰ ਸਤਿਗੁਰੂ ਜੀ ਕਹਿੰਦੇ ਸੂਕੇ ਕਾਸ਼ਟ ਹਰਿਆ। ਸੁੱਕਾ ਹੈ ਜਿਹੜਾ ਉਹ ਹਰਿਆ ਵਾਪਸ ਹੋ ਜਾਵੇਗਾ, ਦੁਬਾਰਾ ਹਰਿਆ ਹੋ ਜਾਵੇਗਾ। ਪਰ ਜੇ ਗੁਰੂ ਦੇ ਦਰ 'ਤੇ ਆਉਣ ਦਾ ਯਤਨ ਕਰ, ਕੋਸ਼ਿਸ਼ ਕਰ ਗੁਰੂ ਦੇ ਦਰ 'ਤੇ ਆ ਕੇ। ਜ਼ਿੰਦਗੀ ਜਿਹੜੀ ਬੋਝ ਲੱਗਦੀ ਹੈ, ਜਿਹੜੀ ਜ਼ਿੰਦਗੀ ਚੰਗੀ ਨਹੀਂ ਲੱਗਦੀ,
ਉਹਦਾ ਭਾਵ ਇਹ ਹੈ ਕਿ ਆਨੰਦ ਖਤਮ ਹੋ ਗਿਆ, ਖੁਸ਼ੀ ਖਤਮ ਹੋ ਗਈ, ਉਹਦੇ ਵਿੱਚੋਂ ਸੁੱਕਾ ਪਿਆ, ਜ਼ਿੰਦਗੀ ਦਾ ਕੋਈ ਮਨੋਰਥ ਹੀ ਨਹੀਂ ਰਿਹਾ। ਪਰ ਗੁਰੂ ਦੇ ਦਰ 'ਤੇ ਆ, ਗੁਰੂ ਨੇ ਤੈਨੂੰ ਸੋਹਣੀ ਜ਼ਿੰਦਗੀ ਬਖਸ਼ਣੀ ਹੈ, ਗੁਰੂ ਨੇ ਸੋਹਣੇ ਉਪਦੇਸ਼ ਦੇ ਕੇ, ਗੁਰੂ ਨੇ ਬਾਂਹ ਫੜ ਕੇ ਤੈਨੂੰ ਅੱਗੇ ਤੋਰਨਾ ਹੈ। ਜੀਵਨ ਦੇ ਵਿੱਚ ਬੜੇ ਅਗਲੇਰੇ ਹੋਰ ਕਦਮ ਪੁੱਟਣ ਦੇ ਲਈ ਸਤਿਗੁਰੂ ਤੈਨੂੰ ਸਮਰੱਥਾ ਦੇਣੀ ਹੈ, ਹੋਰ ਜੋਸ਼ ਦੇਣਾ ਹੈ ਤੈਨੂੰ, ਸੋਹਣੇ ਸੋਹਣੇ ਕਾਰਜ ਕਰਨ ਦੇ, ਸੋਹਣੇ ਕੰਮ ਕਰਨ ਦਾ ਬਲ ਤੈਨੂੰ ਗੁਰੂ ਨੇ ਬਖਸ਼ਣਾ ਹੈ। ਅਤੇ ਇਹ ਸਿਰਫ ਅਤੇ ਸਿਰਫ ਜਿਹੜਾ ਖੁਸ਼ੀ ਦਾ ਮਾਹੌਲ ਹੈ, ਸੁੱਖ ਹੈ, ਆਨੰਦ ਹੈ, ਇਹ ਦੁਨੀਆ 'ਤੇ ਕਿਤੇ ਹੋਰ ਨਹੀਂ, ਸਿਰਫ ਅਤੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਜਿਹੜਾ ਆਨੰਦ ਕਹਿ ਰਹੇ ਨੇ, ਜਿਹੜੇ ਆਨੰਦ ਦੀ ਵਿਆਖਿਆ ਚੱਲ ਰਹੀ ਹੈ, ਇਹ ਆਨੰਦ ਸਿਰਫ ਅਤੇ ਸਿਰਫ ਗੁਰੂ ਤੋਂ ਪ੍ਰਾਪਤ ਹੋ ਸਕਦਾ। ਗੁਰੂ ਦੇ ਦਰ 'ਤੇ ਆ ਕੇ, ਅਤੇ ਗੁਰੂ ਦੇ ਦਰ 'ਤੇ ਆਉਣਾ ਮਤਲਬ ਗੁਰੂ ਦੀ ਸਿੱਖਿਆ ਦੇ ਨਾਲ ਜੁੜਨਾ, ਗੁਰੂ ਦੀ ਸਿੱਖਿਆ ਜੀਵਨ ਵਿੱਚ ਧਾਰਨ ਕਰਕੇ ਆਨੰਦ ਆ ਸਕਦਾ ਹੈ। ਅਤੇ ਗੁਰੂ ਦੀ ਸਿੱਖਿਆ ਮਤਲਬ ਸਤਿਗੁਰੂ ਨੂੰ ਮਿਲਣਾ ਹੀ, ਗੁਰੂ ਦੀ ਸਿੱਖਿਆ ਦੇ ਨਾਲ ਮਿਲਣਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਹਿੰਦੇ ਆਨੰਦ ਦੀ ਸੂਝ ਸਦਾ ਗੁਰੂ ਤੋਂ ਮਿਲਦੀ ਹੈ, ਅਤੇ ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਉਂਦਾ ਹੈ, ਜਿਹਦੇ ਉੱਤੇ ਉਹ ਗੁਰੂ ਖੁਦ ਕਿਰਪਾ ਕਰਦਾ ਹੈ। ਉਹ ਆਨੰਦ ਦੇ ਨਾਲ ਸਾਂਝ ਪਾ ਲੈਂਦਾ ਹੈ, ਜਿਹਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ। ਹੁਣ ਇਹਦਾ ਭਾਵ ਆਪਾਂ ਬੜੇ ਵਾਰ ਸਮਝਿਆ ਹੈ, ਗੁਰੂ ਦੀ ਕਿਰਪਾ ਉਹਦੇ ਉੱਤੇ ਹੁੰਦੀ ਹੈ ਜਿਹੜਾ ਖੁਦ ਕਿਰਪਾ ਦਾ ਪਾਤਰ ਬਣਦਾ ਹੈ, ਜਿਹੜਾ ਗੁਰੂ ਦੇ ਉਪਦੇਸ਼ ਦੇ ਨਾਲ ਚੱਲ ਪਿਆ, ਜਿਹੜਾ ਗੁਰੂ ਦੇ ਦਰ 'ਤੇ ਆ ਗਿਆ, ਕਿਰਪਾ ਉਹਦੇ 'ਤੇ ਹੋ ਰਹੀ ਹੈ, ਕਿਰਪਾ ਦਾ ਪਾਤਰ ਹੀ ਉਹ ਬਣਿਆ। ਸਮਝ ਹੀ ਉਹਨੂੰ ਆਈ ਹੈ ਕਿਰਪਾ ਦੀ ਕਿ ਗੁਰੂ ਦਾ ਉਪਦੇਸ਼ ਤਾਂ ਬਹੁਤ ਸੋਹਣਾ ਹੈ, ਬੜਾ ਟਾਈਮ ਹੋ ਗਿਆ, ਜੀਵਨ ਬੜਾ ਸੁੱਕਾ ਸੀ, ਜੀਵਨ ਤਬਾਹ ਹੋਣ ਲੱਗਾ ਸੀ, ਬੜਾ ਹੰਕਾਰ ਸੀ, ਬੜੀ ਆਕੜ ਸੀ, ਕੋਈ ਵੀ ਭੰਨ ਕੇ ਲੈ ਜਾਂਦਾ ਸੀ, ਕਦੋਂ ਮਰਜ਼ੀ ਕੋਈ ਹਨੇਰੀ ਚੱਲਦੀ ਹੈ, ਕਿਵੇਂ ਮਰਜ਼ੀ ਦੀ ਕੋਈ ਘਟਨਾ ਵਰਤਦੀ ਹੈ, ਪਤਾ ਨਹੀਂ ਕਦੋਂ ਟੁੱਟ ਜਾਂਦੇ ਸੀ, ਕਦੋਂ ਕਦੋਂ ਸਾਡਾ ਆਕੜ ਭੰਨੀ, ਕਦੋਂ ਕਦੋਂ ਸਾਡਾ ਹੰਕਾਰ ਟੁੱਟਿਆ, ਬੜੇ ਤਰੀਕਿਆਂ ਦੇ ਨਾਲ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਡਿੱਗੇ, ਕਿੱਥੋਂ ਕੋਈ ਵੱਢ ਕੇ ਸਾਨੂੰ ਕਿੱਥੇ ਲੈ ਗਿਆ, ਸਾਨੂੰ ਆਪਣੀ ਜੜ ਨਾਲੋਂ ਟੋਟ ਕੇ ਕੋਈ ਆਪਣੇ ਨਾਲ ਲੈ ਗਿਆ, ਬੜੀ ਬੜੀਆਂ ਥਾਵਾਂ 'ਤੇ ਜਾਏ, ਬੜੇ ਬੜੇ ਤਰੀਕਿਆਂ ਦੇ ਨਾਲ ਲੋਕਾਂ ਨੇ ਸਾਨੂੰ ਵਰਤ ਲਿਆ। ਪਰ ਹੁਣ ਜਿਹੜਾ ਹਰਿਆਲੀਪਣ ਹੈ, ਹਰਿਆ ਹੋਣ ਦਾ ਜਿਹੜਾ ਉਪਦੇਸ਼ ਹੈ, ਉਹ ਗੁਰੂ ਤੋਂ ਸਮਝ ਆਇਆ ਹੈ, ਗੁਰੂ ਤੋਂ। ਆਹ ਹੈ ਕਿਰਪਾ ਸਤਿਗੁਰੂ ਦੀ। ਅਤੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਜਦੋਂ ਬਣਾਂਗੇ, ਆਪਣੇ ਮੁੱਢ ਦੇ ਨਾਲ ਜੁੜਾਂਗੇ, ਪਾਣੀ ਦੇ ਨਾਲ ਜੁੜ ਜਾਵਾਂਗੇ, ਆਪਣੀ ਧਰਤੀ ਦੇ ਨਾਲ ਜੁੜ ਜਾਵਾਂਗੇ, ਫਿਰ ਸਾਨੂੰ ਕੋਈ ਲਿਜਾਣ ਵਾਲਾ ਨਹੀਂ, ਕੋਈ ਵੱਢ ਕੇ ਲਿਜਾਣ ਵਾਲਾ ਨਹੀਂ, ਫਿਰ ਕਦੇ ਟੁੱਟਾਂਗੇ ਨਹੀਂ। ਜਿੰਨੀ ਮਰਜ਼ੀ ਤੇਜ਼ ਹਨੇਰੀ ਵਗੇ, ਕਿਵੇਂ ਦੀ ਮਰਜ਼ੀ, ਕਰਮਕਾਂਡਾਂ ਦੀ ਹਨੇਰੀ ਜਿੰਨੀ ਮਰਜ਼ੀ ਆਵੇ, ਵਹਿਮਾਂ ਭਰਮਾਂ ਦੀ ਕਿੰਨੀ ਮਰਜ਼ੀ, ਝੂਠ ਦੀ ਜਿੰਨੀ ਮਰਜ਼ੀ ਹਨੇਰੀ ਵਗੇ, ਸਾਨੂੰ ਕੋਈ ਜੜ ਨਾਲੋਂ, ਆਪਣੇ ਗੁਰੂ ਦੇ ਨਾਲੋਂ ਤੋੜ ਨਹੀਂ ਸਕਦਾ। ਹਨੇਰੀਆਂ ਤਾਂ ਬਹੁਤ ਵਗਦੀਆਂ ਨੇ, ਬੜੇ ਤਰੀਕਿਆਂ ਦੀਆਂ ਵਗਦੀਆਂ ਨੇ, ਪਰ ਜੇ ਗੁਰੂ ਦੇ ਨਾਲ ਜੁੜੇ ਹੋਵਾਂਗੇ, ਗੁਰੂ ਦੀ ਮੱਤ ਲੈ ਕੇ ਜੀਵਨ ਜਿਉਂ ਰਹਾਂਗੇ, ਤਾਂ ਸਾਨੂੰ ਕੋਈ ਤੋੜ ਨਹੀਂ ਸਕਦਾ, ਗੁਰੂ ਦੇ ਨਾਲੋਂ ਸਾਨੂੰ ਕੋਈ ਤੋੜ ਕੇ ਲਿਜਾ ਨਹੀਂ ਸਕਦਾ। ਕਰ ਕਿਰਪਾ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਅਤੇ ਅੱਗੇ ਸਤਿਗੁਰੂ ਜੀ ਕਹਿੰਦੇ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਜਿਹੜਾ ਗੁਰੂ ਦੇ ਦਰ 'ਤੇ ਆ ਗਿਆ, ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ, ਕਿਲ ਵਿਖ ਕੱਟੇ, ਉਹਦੇ ਕਿਲ ਵਿਖ ਨੇ, ਉਹਦੇ ਪਾਪ ਨੇ, ਉਹਦੀਆਂ ਬੁਰਾਈਆਂ ਗੁਰੂ ਨੇ ਖੁਦ ਕੱਟ ਦਿੱਤੀਆਂ, ਉਹਦੇ ਵਿੱਚੋਂ ਕੱਢ ਦਿੱਤੀਆਂ। ਗੁਰੂ ਉਹਨਾਂ ਦਾ ਅੰਦਰ ਆਤਮਾ ਸਵਾਰ ਦਿੰਦਾ ਹੈ ਜਿਹੜਾ ਗੁਰੂ ਦੇ ਅਨੁਸਾਰ ਚੱਲ ਪਿਆ, ਕਿਉਂਕਿ ਗੁਰੂ ਦੀ ਸਿੱਖਿਆ ਇਹੋ ਜਿਹਾ ਕੰਮ ਕਰਦੀ ਹੈ ਕਿ ਜਿਹੜੀਆਂ ਬਿਮਾਰੀਆਂ ਬੰਦੇ ਨੂੰ ਲੱਗੀਆਂ ਹੋਈਆਂ ਨੇ, ਜਿੰਨਾ ਜ਼ਹਿਰ ਅੰਦਰ ਭਰਿਆ ਹੋਇਆ ਹੈ, ਸਾਰਾ ਨਿਕਲ ਜਾਂਦਾ ਹੈ। ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅਤੇ ਕਹਿੰਦੇ ਗੁਰੂ ਜਦੋਂ ਕਿਲ ਵਿਖ ਕੱਢ ਦਿੰਦਾ ਹੈ, ਮੈਲ ਕੱਢ ਦਿੰਦਾ ਹੈ, ਅਤੇ ਫਿਰ ਸਤਿਗੁਰੂ ਕਰਦਾ ਕੀ ਹੈ, ਗਿਆਨ ਅੰਜਨ ਸਾਰਿਆ, ਗਿਆਨ ਦਾ ਸੁਰਮਾ ਸਤਿਗੁਰੂ ਫਿਰ ਸਾਡੀਆਂ ਅੱਖਾਂ ਦੇ ਵਿੱਚ ਪਾ ਦਿੰਦਾ ਹੈ। ਗਿਆਨ ਅੰਜਨ, ਅੰਜਨ ਦਾ ਮਤਲਬ ਹੁੰਦਾ ਸੁਰਮਾ। ਕਰ ਕਿਰਪਾ ਕਿਲ ਵਿਖ ਕੱਟੇ
ਗਿਆਨ ਅੰਜਨ ਸਾਰਿਆ। ਤੇ ਅੱਖਾਂ ਦਾ ਭਾਵ ਸਾਡੀ ਸੁਰਤ ਦੀਆਂ ਅੱਖਾਂ, ਸੁਰਤ ਦੇ ਵਿੱਚ ਸਤਿਗੁਰੂ ਗਿਆਨ ਦੇ ਦਿੰਦਾ, ਗਿਆਨ ਦਾ ਸੁਰਮਾ ਪਾ ਦਿੰਦਾ ਹੈ। ਫਿਰ ਇਹ ਨਜ਼ਰ ਹੈ ਜਿਹੜੀ ਸਾਡੀ ਸੁਰਤ ਦੀ ਨਜ਼ਰ ਸਵੱਲੀ ਹੋ ਜਾਂਦੀ ਹੈ। ਸੁਰਤ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਹੈ। ਫਿਰ ਅੱਖਾਂ ਵੀ, ਕੰਨ ਵੀ, ਜ਼ੁਬਾਨ ਵੀ, ਹੱਥ ਪੈਰ ਵੀ ਸੋਹਣੇ ਹੋਣ ਲੱਗ ਪੈਂਦੇ ਨੇ, ਭਾਵ ਕਰਮਾਂ ਕਰਕੇ ਕੰਮ ਸੋਹਣੇ ਸਵਰਨ ਲੱਗ ਪੈਂਦੇ ਨੇ। ਕਰ ਕਿਰਪਾ ਕਿਲ ਵਿਖ ਕੱਟੇ, ਜਦੋਂ ਕਿਲ ਵਿਖ ਨਿਕਲ ਜਾਣ, ਮਾੜੇ ਕੰਮ ਨਿਕਲ ਜਾਣ, ਮਾੜੀ ਭਾਵ ਨਿਕਲ ਜਾਣ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਗਿਆ, ਭਾਵ ਜਿਨ੍ਹਾਂ ਦਾ ਮੋਹ ਟੁੱਟ ਗਿਆ ਮਨ ਵਿੱਚੋਂ, ਕਹਿੰਦੇ ਤਿਨਕਾ ਸ਼ਬਦ ਸੱਚਾ ਸਵਾਰਿਆ। ਸ਼ਬਦ ਮਤਲਬ ਉਹਨਾਂ ਦਾ ਹਾਲ, ਉਹਨਾਂ ਦੀ ਬੋਲ ਬਾਣੀ, ਉਹਨਾਂ ਦਾ ਜੀਵਨ। ਸ਼ਬਦ ਦੇ ਅਰਥ ਇਹ ਨੇ ਇੱਥੇ ਉਹਨਾਂ ਦਾ ਜੀਵਨ, ਉਹਨਾਂ ਦੇ ਬੋਲ ਸਤਿਗੁਰੂ ਸਵਾਰ ਦਿੰਦਾ ਹੈ। ਉਹਨਾਂ ਦਾ ਮੋਹ ਅੰਦਰੋਂ ਖਤਮ ਕਰ ਦਿੰਦਾ ਹੈ। ਜਿਹੜੇ ਅੰਦਰ ਆਤਮੇ ਮੋਹ ਦੇ ਨਾਲ ਜੁੜੇ ਹੋਏ ਨੇ, ਈਰਖਾ ਭਾਵਨਾ ਦੇ ਨਾਲ ਜੁੜੇ ਹੋਏ ਨੇ, ਬੇਈਮਾਨੀਆਂ ਦੇ ਨਾਲ ਜੁੜੇ ਹੋਏ ਨੇ, ਝੂਠ ਦੇ ਨਾਲ, ਔਗਣਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸ਼ਬਦ ਹੈ ਜਿਹੜਾ, ਉਹਨਾਂ ਦੀ ਸੂਰਤ, ਉਹਨਾਂ ਦਾ ਜੀਵਨ, ਉਹਨਾਂ ਦਾ ਜੀਵਨ ਜਿਉਣ ਦਾ ਢੰਗ ਤਰੀਕਾ ਸਤਿਗੁਰੂ ਖੁਦ ਸਵਾਰ ਦਿੰਦਾ ਹੈ। ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦਾ ਟੁੱਟ ਗਿਆ ਗੁਰੂ ਦੇ ਨਾਲ ਜੁੜ ਕੇ ਮੋਹ ਟੁੱਟ ਗਿਆ, ਅਤੇ ਉਹਨਾਂ ਦਾ ਜੀਵਨ ਸਤਿਗੁਰੂ ਸਵਾਰਦਾ। ਤਿਨਕਾ ਸ਼ਬਦ ਸੱਚਾ ਸਵਾਰਿਆ। ਸਤਿਗੁਰੂ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ। ਜੀਵਨ ਸਵਰ ਗਿਆ ਮਤਲਬ ਆਨੰਦ ਆ ਗਿਆ ਜੀਵਨ ਦੇ ਵਿੱਚ। ਇਹ ਸਿਰਫ ਅਤੇ ਸਿਰਫ ਹੋਣਾ ਗੁਰੂ ਦੀ ਬਦੌਲਤ ਹੈ। ਫਿਰ ਸਤਿਗੁਰੂ ਜੀ ਕਹਿੰਦੇ ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿੰਦੇ ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ, ਅਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾਂਦਾ ਹੈ। ਗੁਰੂ ਦੇ ਦਰ 'ਤੇ ਆ ਕੇ, ਗੁਰੂ ਦੇ ਦਰ 'ਤੇ ਪਹੁੰਚ ਕੇ ਹੀ ਇਸ ਆਨੰਦ ਦੀ ਵਿਆਖਿਆ ਆ ਸਕਦੀ ਹੈ। ਜੀਵਨ ਹੈ ਜਿਹੜਾ ਗਮੀਆਂ ਦੇ ਵਿੱਚ ਹੈ, ਦੁੱਖਾਂ ਦੇ ਵਿੱਚ ਹੈ, ਬੜੇ ਭੈੜੇ ਭੈੜੇ ਦੁੱਖ ਬੰਦੇ ਨੂੰ ਲੱਗੇ ਹੋਏ ਨੇ, ਸਾਰੇ ਨਿਕਲ ਜਾਂਦੇ ਨੇ ਜੇ ਗੁਰੂ ਦੇ ਦਰ 'ਤੇ ਆਵੇਂ। ਪਰ ਯਤਨ ਖੁਦ ਕਰਨਾ ਪੈਣਾ ਹੈ, ਕੋਸ਼ਿਸ਼ ਖੁਦ ਨੂੰ ਕਰਨੀ ਪੈਣੀ ਹੈ, ਆਉਣਾ ਤੈਨੂੰ ਖੁਦ ਨੂੰ ਪੈਣਾ ਹੈ। ਮਨ ਨੂੰ ਪੱਕਿਆਂ ਕਰਕੇ, ਪੱਕਾ ਇਰਾਦਾ ਬਣਾ ਕੇ ਗੁਰੂ ਦੇ ਦਰ 'ਤੇ ਆਉਣਾ ਪੈਣਾ ਹੈ। ਗੁਰੂ ਦੇ ਦਰ 'ਤੇ ਆ ਕੇ ਇਹ ਨਹੀਂ ਕਿ ਆ ਕੇ ਸਿਰਫ ਮੁੜ ਜਾਣਾ ਕਿ ਗੁਰੂ ਦੇ ਦਰ 'ਤੇ ਆ ਗਏ, ਨਹੀਂ, ਮਨ ਕਰਕੇ ਅਸਲ ਦੇ ਵਿੱਚ ਜਦੋਂ ਗੁਰੂ ਦੇ ਦਰ 'ਤੇ ਆ ਗਏ ਕਬੂਲ ਹੋ ਜਾਵਾਂਗੇ। ਜਿੱਦਣ ਮਨ ਕਰਕੇ ਜੀਵਨ ਉਦਣ ਬਦਲਣਾ ਹੈ। ਸਿਰਫ ਸਰੀਰਕ ਤੌਰ 'ਤੇ ਆਈ ਜਾਣ ਵਾਲਾ ਜੀਵਨ ਨਹੀਂ। ਗੁਰੂ ਦੇ ਦਰ 'ਤੇ ਆਉਂਦੇ ਹਾਂ, ਗੁਰੂ ਦੇ ਦਰ 'ਤੇ ਆ ਕੇ ਉੱਥੋਂ ਪਤਾ ਲੱਗੇਗਾ ਜਦੋਂ ਸਾਡੇ ਕੰਮ ਬਦਲਣੇ ਸ਼ੁਰੂ ਹੋ ਜਾਣ। ਜਦੋਂ ਕੰਮ ਬਦਲਣ ਲੱਗ ਪਏ ਫਿਰ ਜੀਵਨ ਬਦਲਦਾ। ਜੇ ਬੰਦਾ ਗੁਰਦੁਆਰੇ ਆਉਂਦਾ ਹਰ ਰੋਜ਼ ਹੈ, ਭਾਵੇਂ ਸਾਲ ਲੰਘ ਗਿਆ, 2 ਸਾਲ ਲੰਘ ਗਿਆ, 10 ਸਾਲ ਲੰਘ ਗਏ, 20 ਸਾਲ ਲੰਘ ਗਏ, ਪਰ ਜੇ ਕੰਮ ਵੀ ਉਹੀ ਨੇ ਫਿਰ ਇਹਦਾ ਮਤਲਬ ਇਹ ਨਹੀਂ ਕਿ ਜੀਵਨ ਬਦਲ ਗਿਆ। ਜੀਵਨ ਨਹੀਂ ਬਦਲਿਆ, ਬਾਹਰੀ ਦਿਖਾਵਾ ਹੈ, ਬਾਹਰੀ ਪਹਿਰਾਵਾ ਜ਼ਰੂਰ ਬਦਲਿਆ ਹੋਵੇਗਾ। ਸਰੀਰ ਦਾ ਜਿਹੜੀ ਬਣਤਰ ਹੈ ਬਦਲ ਗਈ ਹੋਵੇਗੀ। ਪਹਿਲਾਂ ਬਚਪਨ ਸੀ, ਜਵਾਨੀ ਆ ਗਈ, ਬੁਢੇਪਾ ਆ ਗਿਆ, ਬਾਹਰੋਂ ਤਾਂ ਬੜਾ ਕੁਝ ਬਦਲ ਗਿਆ ਹੋਵੇਗਾ ਪਰ ਅੰਦਰੋਂ ਨਹੀਂ ਬਦਲਿਆ। ਗੱਲ ਤਾਂ ਅੰਦਰ ਬਦਲਣ ਦੀ ਹੈ। ਸਤਿਗੁਰੂ ਜੀ ਸਾਡਾ ਅੰਦਰ ਬਦਲ ਦਿੰਦੇ ਨੇ, ਇਹਨੂੰ ਜੀਵਨ ਬਦਲਣਾ ਕਹਿੰਦੇ ਨੇ। ਹੁਣ ਉਹਦੇ ਕਰਮ ਸੋਹਣੇ ਹੋ ਗਏ, ਕੰਮ ਕਾਜ ਸੋਹਣੇ ਹੋ ਗਏ। ਜਿਹੜਾ ਪਹਿਲਾਂ ਲੋਕਾਂ ਨਾਲ ਲੜਾਈ ਪੜ੍ਹਾਈ ਕਰਦਾ ਸੀ, ਹੁਣ ਜੀਵਨ ਬਦਲ ਗਿਆ, ਉਹੀ ਪਿਆਰ ਵਾਲਾ ਮਾਹੌਲ ਹੈ, ਜੀਵਨ ਸੋਹਣਾ ਬਣ ਗਿਆ। ਘਰ ਦੇ ਵਿੱਚ ਲੜਦਾ ਸੀ, ਹੁਣ ਕਲੇਸ਼ ਨਹੀਂ ਹੁੰਦੇ। ਇਹਨੂੰ ਜੀਵਨ ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਕਿ ਗੁਰੂ ਦਾ ਉਪਦੇਸ਼ ਹੈ ਜਿਹੜਾ ਹੁਣ ਕਮਾਇਆ ਹੈ, ਇਹਨੂੰ ਗੁਰੂ ਦੇ ਨਾਲ ਜੁੜਨਾ ਕਹਿੰਦੇ ਨੇ। ਪਹਿਲਾਂ ਗੁਰੂ ਦੇ ਨਾਲ ਜੁੜਿਆ ਨਹੀਂ। ਜੇ ਬੰਦਾ ਗੁਰਦੁਆਰੇ ਆਉਣ ਵਾਲਾ, ਗੁਰਬਾਣੀ ਪੜ੍ਹਨ ਵਾਲਾ ਘਰ ਦੇ ਵਿੱਚ ਲੜਾਈ ਕਲੇਸ਼ ਪਾ ਕੇ ਰੱਖੇ, ਉਹ ਫਿਰ ਗੁਰੂ ਦਾ ਨਹੀਂ ਹੋਇਆ ਅਜੇ। ਉਹ ਅਜੇ ਹੋਣਾ ਪੈਣਾ ਹੈ। ਕੰਮ ਕੰਮ 'ਤੇ, ਗੱਲ ਗੱਲ 'ਤੇ ਈਰਖਾ ਕਰਦਾ ਹੋਵੇ, ਕੰਮ ਕੰਮ 'ਤੇ ਬੇਈਮਾਨੀ ਰੱਖਣੀ, ਇਹ ਗੁਰੂ ਦੇ ਨਾਲ ਜੁੜਨਾ ਨਹੀਂ। ਗੁਰੂ ਦੇ ਨਾਲ ਉਸ ਦਿਨ ਜੁੜਿਆ ਜਾਵੇਗਾ ਜਿੱਦਣ ਮਨ ਕਰਕੇ ਤੂੰ ਗੁਰੂ ਦਾ ਹੋ ਗਿਆ, ਗੁਰੂ ਦਾ ਉਪਦੇਸ਼ ਜਾਣ ਲਿਆ। ਫਿਰ ਇਸ ਆਨੰਦ ਦੀ ਵਿਆਖਿਆ ਜਿਹੜੀ ਸਤਿਗੁਰੂ ਜੀ ਕਹਿੰਦੇ ਨੇ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਉਹ ਆਨੰਦ ਹੈ ਜਿਹੜਾ ਜੀਵਨ ਵਿੱਚ ਆਵੇਗਾ। ਫਿਰ ਸਤਿਗੁਰੂ ਖੁਦ ਤੇਰੇ ਜੀਵਨ ਵਿੱਚ ਵਾਸ ਕਰੇਗਾ ਅਤੇ ਸਤਿਗੁਰੂ ਬਾਣੀ ਦੇ ਰੂਪ ਦੇ ਵਿੱਚ, ਸਿੱਖਿਆ ਦੇ ਰੂਪ ਦੇ ਵਿੱਚ ਸਾਡੇ ਜੀਵਨ ਵਿੱਚ ਆਵੇਗਾ। ਸਿੱਖਿਆ ਧਾਰਨ ਕਰਨੀ ਸ਼ੁਰੂ ਕਰ ਦਈਏ, ਸਤਿਗੁਰੂ ਆਪਣੇ ਆਪ ਆ ਜਾਵੇਗਾ। ਬਸ ਕੋਸ਼ਿਸ਼ ਕਰੀਏ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਸਾਨੂੰ ਤੁਰਨ ਦਾ
ਚੱਲਣ ਦਾ ਉਦਮ ਕਰਨਾ ਪੈਣਾ ਹੈ। ਫਿਰ ਕਿਤੇ ਜਾ ਕੇ ਗੁਰੂ ਨੇ ਸਾਡਾ ਜਿਹੜਾ ਸ਼ਬਦ ਹੈ, ਸਾਡੀ ਬੋਲ ਬਾਣੀ ਹੈ, ਸਾਡੇ ਕੰਮ ਕਾਜ ਨੇ ਉਹ ਸਵਾਰਨੇ ਨੇ। ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਜਿਹੜਾ ਅਸਲੀ ਆਨੰਦ ਹੈ, ਲੋਕ ਬੜੇ ਦੁਨਿਆਵੀ ਪਦਾਰਥਾਂ ਦੇ ਵਿੱਚੋਂ, ਬੜੀਆਂ ਚੀਜ਼ਾਂ ਦੇ ਵਿੱਚੋਂ ਆਨੰਦ ਲੱਭਦੇ ਨੇ, ਪਰ ਜਿਹੜਾ ਮਨ ਦਾ ਆਨੰਦ ਹੈ, ਜਿਹੜਾ ਕਦੇ ਖਤਮ ਨਹੀਂ ਹੋਵੇਗਾ, ਉਹ ਸਿਰਫ ਤੇ ਸਿਰਫ ਗੁਰੂ ਤੇ ਗੁਰੂ ਦੀ ਸਿੱਖਿਆ ਤੋਂ ਹੀ ਮਿਲ ਸਕਦਾ ਹੈ। ਹੋਰ ਕੋਈ ਵੀ ਦੁਨਿਆਵੀ ਚੀਜ਼, ਕੋਈ ਵੀ ਖਾਣ ਪੀਣ, ਕੋਈ ਵੀ ਰਹਿਣ ਸਹਿਣ ਆਨੰਦ ਨਹੀਂ ਦੇ ਸਕਦਾ। ਇਹ ਆਨੰਦ ਹੈ ਜਿਹੜਾ ਸਦਾ ਸਥਿਰ ਰਹਿਣ ਵਾਲਾ, ਸਿਰਫ ਤੇ ਸਿਰਫ ਗੁਰੂ ਤੋਂ ਪ੍ਰਾਪਤ ਹੋ ਸਕਦਾ। ਗੁਰੂ ਦੇ ਦਰ 'ਤੇ ਆਉਣਾ ਪੈਣਾ ਹੈ, ਸਮਝਣਾ ਪੈਣਾ ਹੈ, ਗੁਰਬਾਣੀ ਪੜ੍ਹਨੀ ਪੈਣੀ ਹੈ। ਜੀਵਨ ਸੋਹਣਾ ਤਾਂ ਬਣ ਸਕਦਾ ਹੈ। ਕੋਸ਼ਿਸ਼ ਕਰਿਆ ਕਰੋ ਭਾਈ ਖੁਦ ਵੀ ਪੜ੍ਹਨ ਦੀ, ਵਿਚਾਰਨ ਦੀ, ਜੀਵਨ ਨੂੰ ਸੋਹਣਾ ਬਣਾਉਣ ਦੀ। ਜੀਵਨ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕੋ ਇੱਕ ਮਨੋਰਥ ਹੈ, ਜਿਹੜਾ ਆਪਾਂ ਪਹਿਲ 'ਤੇ ਪੜ੍ਹਦੇ ਹਾਂ, ਜਪ ਬਾਣੀ ਦੇ ਵਿੱਚ ਕਿਵੇਂ ਸਚਿਆਰਾ ਹੋਈ ਹੈ। ਸਾਰੀ ਗੁਰਬਾਣੀ ਸਾਨੂੰ ਸਚਿਆਰ ਬਣਾਉਂਦੀ ਹੈ, ਸੱਚੇ ਜੀਵਨ ਵਾਲਾ ਬਣਾਉਂਦੀ ਹੈ, ਸੋਹਣੇ ਜੀਵਨ ਵਾਲਾ ਬਣਾਉਂਦੀ ਹੈ। ਜੀਵਨ ਦੀ ਸੋਹਣੀ ਘਾੜਤ ਘੜੀ ਜਾਂਦੀ ਹੈ, ਅਤੇ ਕੋਸ਼ਿਸ਼ ਕਰੀਏ ਜੀਵਨ ਨੂੰ ਸੋਹਣਾ ਬਣਾਉਣ ਦੀ, ਆਪਣੇ ਅਤੇ ਆਪਣੇ ਬੱਚਿਆਂ ਦਾ ਜੀਵਨ ਸੋਹਣਾ ਬਣ ਸਕੇ। ਬਸ ਕੋਸ਼ਿਸ਼ ਗੁਰਬਾਣੀ ਪੜ੍ਹਨ ਦਾ ਕਰਨੀ ਪੈਣੀ ਆ, ਉਹਨੂੰ ਵਿਚਾਰਨ ਦੀ, ਸਮਝਣ ਦੀ, ਅਤੇ ਕੋਸ਼ਿਸ਼ ਕਰਿਆ ਕਰੋ ਭਾਈ ਖੁਦ ਵੀ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਭੇਜਿਆ ਕਰੋ। ਹਰ ਰੋਜ਼ ਕਲਾਸਾਂ ਲੱਗ ਰਹੀਆਂ ਨੇ, ਹਰ ਰੋਜ਼ ਬੋਲੀ ਦਾ ਹੈ। ਜਿੰਨਾ ਵੀ ਸਮਾਂ ਹੋ ਸਕਦਾ ਹੈ ਬੱਚਿਆਂ ਨੂੰ ਭਾਈ ਭੇਜਣ ਦਾ ਯਤਨ ਕਰਿਆ ਕਰੋ, ਤਾਂ ਜੋ ਆਉਣ ਵਾਲਾ ਜੀਵਨ ਉੱਚ ਪਦਵੀਆਂ 'ਤੇ ਪਹੁੰਚ ਕੇ ਵੀ ਉਹ ਆਪਣਾ ਜੀਵਨ ਸਵਾਰ ਸਕਣ, ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਸਕੇ। ਦਾਤਾ ਰਹਿਮਤ ਕਰੇ। ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਜੀ ਬਖਸ਼ਣਯੋਗ ਨੇ। ਆਨੰਦ ਦਾ ਜਿਹੜਾ ਕਨਸੈਪਟ ਹੈ, ਆਨੰਦ ਦੀ ਪਦਵੀ ਸਾਡੇ ਜੀਵਨ ਵਿੱਚ ਵੀ ਬਣੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।